राम राम जी साਰਿਆਂ ਨੂੰ स्वागत है ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਇੰਗਲਿਸ਼ ਪੈਡਾਗੋਜੀ ਨਾਲ ਰਿਲੇਟਡ ਹੈ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਚੈਨਲ ਦੇ ਉੱਤੇ ਪੀਐਸ ਟੈਟ ਦੇ ਰਿਗਾਰਡਿੰਗ ਬਹੁਤ ਜ਼ਿਆਦਾ ਮਟੀਰੀਅਲ ਪਿਆ ਹੋਇਆ ਹੈ, ਜਿਵੇਂ ਕਿ ਪੀਐਸ ਟੈਟ 1 ਦੀ ਅਗਰ ਗੱਲ ਕਰੀਏ ਤਾਂ ਪੀਐਸ ਟੈਟ 1 ਦੇ ਰਿਗਾਰਡਿੰਗ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੀ ਈਵੀਐਸ ਪੰਜਾਬੀ ਮਿਲ ਜਾਏਗੀ ਜੀ ਤੇ ਨਾਲ ਹੀ ਇੰਗਲਿਸ਼ ਪੈਡਾਗੋਜੀ ਦੀਆਂ ਵੀਡੀਓਜ਼ ਵੀ ਅਵੇਲੇਬਲ ਹੈ। ਠੀਕ ਹੈ ਜੀ। अगर पीएस टेट 2 ਦੀ ਗੱਲ ਕਰੀਏ ਤੇ ਉਹਦੇ ਲਈ ਐਸਐਸਟੀ ਤੇ ਸਾਡੇ ਕੋਲ ਸਾਇੰਸ ਦੀਆਂ ਵੀ ਤੁਹਾਨੂੰ ਕੁਝ ਵੀਡੀਓਜ਼ ਮਿਲ ਜਾਣਗੀਆਂ। ਇੰਗਲਿਸ਼ ਪੈਡਾਗੋਜੀ ਜੋ ਹੈ ਉਹ ਪੀਐਸ ਟੈਟ 1 ਤੇ ਪੀਐਸ ਟੈਟ 2 ਤੇ ਸੀਟੈਟ 1 ਤੇ ਸੀਟੈਟ 2 ਦੇ ਲਈ ਮਹੱਤਵਪੂਰਨ ਰਹਿਣਗੀਆਂ ਇਹ ਵੀਡੀਓਜ਼, ਕਿਉਂਕਿ ਇਹ ਸੇਮ ਹੀ ਆ ਜੋ ਕਨਸੈਪਟ ਹੈ ਇਹਦੇ ਵਿੱਚ। ਤੇ ਇਹ ਵੀਡੀਓਜ਼ ਦੇ ਵਿੱਚ ਜੋ ਕੁਐਸਚਨ ਆ ਉਹ ਕੁਝ ਪੁਰਾਣੇ ਟੈਟ ਦੇ ਵਿੱਚੋਂ ਲਏ ਗਏ ਆ, ਕੁਝ ਵੈਸੇ ਵੀ ਹੈਗੇ ਆ ਜੋ ਕਿ ਇਦਾਂ ਹੈ ਕਿ ਆ ਸਕਦੇ ਆ ਕੁਐਸਚਨ, ਜੋ ਕਿ ਸਾਡੀਆਂ ਬੀਐਡ ਜਾਂ ਈਟੀਟੀ ਦੀਆਂ ਬੁੱਕਸ ਦੇ ਵਿੱਚੋਂ ਕੁਐਸਚਨ ਹੁੰਦੇ ਆ। ਕਿਉਂਕਿ ਇਹ ਜੋ ਕੁਐਸਚਨ ਆ ਕਿਤੋਂ ਵੀ ਆ ਸਕਦੇ ਆ, ਬਹੁਤੇ ਕੁਐਸਚਨ ਇਦਾਂ ਦੇ ਵੀ ਆ ਜੋ ਕਿ ਪਹਿਲਾਂ ਆ ਵੀ ਚੁੱਕੇ ਹੋਣਗੇ ਤੇ ਉਹਨਾਂ ਨੂੰ ਸਾਨੂੰ ਰਿਵੀਜ਼ਨ ਦੀ ਲੋੜ ਹੁੰਦੀ ਆ, ਉਹਨਾਂ ਨੂੰ ਘੁਮਾ ਕੇ ਵੀ ਬਣਾਇਆ ਜਾਂਦਾ ਆ, ਘੁਮਾ ਕੇ ਉਹਨਾਂ ਨੂੰ ਪਾਇਆ ਜਾਂਦਾ ਤਾਂ ਕਿ ਉਹ ਹੋਰ ਕਿਸ ਤਰੀਕੇ ਨਾਲ ਆ ਸਕਦੇ ਆ। ਉਸ ਤਰੀਕੇ ਨਾਲ ਅਸੀਂ ਕੁਐਸਚਨਸ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆ। ਕਈ ਕੁਐਸਚਨਸ ਐਜ਼ ਇਟ ਇਜ਼ ਵੀ ਹੁੰਦੇ ਆ, ਕਈਆਂ ਨੂੰ ਅਸੀਂ ਘੁਮਾਉਂਦੇ ਵੀ ਆ, ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਜੀ ਜੋ ਡਿਡਕਟਿਵ ਮੈਥਡ ਆ ਟੀਚਿੰਗ ਦਾ ਡਿਡਕਟਿਵ ਮੈਥਡ ਇਜ਼ ਅ ਮੈਥਡ ਆਫ ਟੀਚਿੰਗ। ਜੋ ਡਿਡਕਟਿਵ ਮੈਥਡ ਆ ਕਿ ਉਹਨੂੰ ਅਸੀਂ ਸਪੈਲਿੰਗ ਟੀਚ ਕਰਨ ਲਈ ਯੂਜ਼ ਕਰਦੇ ਆ, ਗ੍ਰਾਮਰ ਟੀਚ ਕਰਨ ਲਈ, ਪ੍ਰੋਜ਼ ਲਈ ਜਾਂ ਪੋਇਟਰੀ ਲਈ। ਸੋ ਜੋ ਸਹੀ ਆਨਸਰ ਹੈ ਜੀ ਡਿਡਕਟਿਵ ਮੈਥਡ ਗ੍ਰਾਮਰ ਟੀਚ ਕਰਨ ਦੇ ਲਈ ਯੂਜ਼ ਹੁੰਦਾ ਹੈ। ਸੋ ਪਹਿਲੇ ਦਾ ਆਨਸਰ ਹੈ ਜੀ ਬੀ। ਕੁਐਸਚਨ ਨੰਬਰ ਸੈਕੰਡ, ਇਨ ਡਿਡਕਟਿਵ ਮੈਥਡ ਆਫ ਟੀਚਿੰਗ ਗ੍ਰਾਮਰ। ਹੁਣ ਦੇਖੋ ਪਹਿਲੇ ਕੁਐਸਚਨ ਨਾਲ ਦੂਸਰਾ ਕੁਐਸਚਨ ਰਿਲੇਟ ਹੋ ਗਿਆ ਕਿ ਜੋ ਡਿਡਕਟਿਵ ਮੈਥਡ ਹੈ ਗ੍ਰਾਮਰ ਨੂੰ ਟੀਚ ਕਰਨ ਦਾ, ਉਹਦੇ ਵਿੱਚ ਅਸੀਂ ਪ੍ਰੋਸੀਡ ਕਰਦੇ ਆ, ਮਤਲਬ ਕਿੱਧਰੋਂ ਕਿੱਧਰ ਜਾਂਦੇ ਆ। ਐਗਜ਼ਾਮਪਲ ਤੋਂ ਰੂਲ ਵੱਲ ਜਾਂਦੇ ਆ, ਰੂਲ ਤੋਂ ਐਗਜ਼ਾਮਪਲ ਵੱਲ ਜਾਂਦੇ ਆ, ਸਟਰਕਚਰ ਤੋਂ ਸੈਂਟੈਂਸ ਵੱਲ ਜਾਂਦੇ ਕਿ ਵਰਡ ਤੋਂ ਸੈਂਟੈਂਸ ਵੱਲ ਜਾਂਦੇ ਆ। ਤਾਂ ਯਾਦ ਰੱਖਿਓ ਜੋ ਡਿਡਕਟਿਵ ਮੈਥਡ ਆ ਇਹਦੇ ਵਿੱਚ ਅਸੀਂ ਜਾਂਦੇ ਆ ਜੀ ਐਗਜ਼ਾਮਪਲ ਤੋਂ ਰੂਲ ਵੱਲ, ਯਾਨੀ ਕਿ ਇੱਥੇ ਅਸੀਂ ਡਿਡਿਊਸ ਕਰਦੇ ਆ। ਠੀਕ ਹੈ ਜੀ, ਡਿਡਿਊਸ ਕਰਦੇ ਆ ਮਤਲਬ ਡਿਡਕਟਿਵ ਮੈਥਡ ਆ। ਠੀਕ ਹੈ ਜੀ। ਕੁਐਸਚਨ ਨੰਬਰ ਸੀ, ਸੌਰੀ ਕੁਐਸਚਨ ਨੰਬਰ ਥਰਡ, ਵੀ ਸਕਿਮ ਅ ਪੈਰਾਗ੍ਰਾਫ ਔਰ ਲੈਸਨ 2। ਅਸੀਂ ਕਿਸੇ ਪੈਰਾਗ੍ਰਾਫ ਦੀ ਸਕਿਮਿੰਗ ਕਰਦੇ ਆ, ਉਹਨੂੰ ਤੇਜ਼ ਤੇਜ਼ ਪੜ੍ਹਦੇ ਆ। ਅਸੀਂ ਪਿਛਲੀ ਦੋ ਵੀਡੀਓਜ਼ ਦੇ ਵਿੱਚ ਇਹਦੇ ਬਾਰੇ ਗੱਲ ਕਰ ਰਹੇ ਆ। ਕਾਦੇ ਲਈ ਕਰਦੇ ਆ ਜੀ ਅਸੀਂ, ਕਿ ਅਸੀਂ ਸਿਰਫ ਤੁੱਕਾ ਲਗਾਉਣ ਦੇ ਲਈ। ਦੇਖੋ ਤੁੱਕਾ ਥੋੜੀ ਲਗਾਉਣਾ, ਸੀ ਤਾਂ ਪੜ੍ਹਦੇ ਪਏ ਆ। ਸੋ ਇਹ ਤਾਂ ਆਪਸ਼ਨ ਹੋ ਗਿਆ ਗਲਤ। ਕੁਝ ਜਾਣਨ ਦੇ ਲਈ, ਹਾਂਜੀ ਹੋ ਸਕਦਾ ਕੁਝ ਜਾਣਨਾ ਚਾਹੁੰਦੇ ਆ, ਜਾਂ ਟਾਈਮ ਬਚਾਉਣ ਦੇ ਲਈ। ਦੇਖੋ ਅਸੀਂ ਸਕਿਮਿੰਗ ਚ ਕੀ ਕਰਦੇ ਆ, ਤੇਜ਼ ਤੇਜ਼ ਪੜ੍ਹਦੇ ਆ। ਤੇਜ਼ ਤੇਜ਼ ਕਿਉਂ ਪੜ੍ਹਦੇ ਆ, ਤਾਂ ਕਿ ਸਾਨੂੰ ਉਹਦਾ ਸਾਰ ਪਤਾ ਲੱਗ ਜਾਵੇ ਕਿ ਉਹਦੇ ਵਿੱਚ ਹੈ ਕੀ ਆ। ਯਾਨੀ ਕਿ ਅਸੀਂ ਕੀ ਕਰਦੇ ਆ ਕਿ ਟਾਈਮ ਬਚਾਉਣਾ ਚਾਹੁੰਦੇ ਆ, ਸੇਵ ਟਾਈਮ। ਟਾਈਮ ਬਚਾ ਕੇ ਅਸੀਂ ਟਾਈਮ ਬਚਾਉਣ ਲਈ ਅਸੀਂ ਸਕਿਮਿੰਗ ਕਰਦੇ ਆ। ਕੁਐਸਚਨ ਨੰਬਰ 4, what do the close and deep reading of a text known as। मतलब ਜਦੋਂ ਅਸੀਂ ਕਿਸੇ ਟੈਕਸਟ ਨੂੰ, ਕਿਸੇ ਪੈਰਾਗ੍ਰਾਫ ਨੂੰ, ਕਿਸੇ ਐਸੇ ਨੂੰ, ਕਿਸੇ ਲੈਸਨ ਨੂੰ ਬਹੁਤ ਡੀਪ ਰੀਡਿੰਗ ਕਰਦੇ ਆ, ਬੜੀ ਡੂੰਘਾਈ ਵਿੱਚ ਜਾਂਦੇ ਆ, ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਕਿ ਉਹਨੂੰ ਅਸੀਂ ਡਿਡਕਟਿਵ ਰੀਡਿੰਗ ਕਹਿੰਦੇ ਆ, ਜਾਂ ਇੰਟੈਂਸਿਵ ਰੀਡਿੰਗ ਕਹਿੰਦੇ ਆ, ਜਾਂ ਐਕਸਟੈਂਸਿਵ ਰੀਡਿੰਗ ਕਹਿੰਦੇ, ਜਾਂ ਇੰਡਕਟਿਵ ਰੀਡਿੰਗ ਕਹਿੰਦੇ ਆ। ਉਹਨੂੰ ਕਹਿੰਦੇ ਇੰਟੈਂਸਿਵ, ਯਾਨੀ ਕਿ ਬਹੁਤ ਇੰਟੈਂਸ ਤਰੀਕੇ ਨਾਲ, ਬਹੁਤ ਹੀ ਡੂੰਘਾਈ ਦੇ ਵਿੱਚ ਪੜ ਰਹੇ ਆ। ਸੋ ਹੈ ਜੀ ਇੰਟੈਂਸਿਵ ਰੀਡਿੰਗ ਵੀ ਕਹਿ ਸਕਦੇ ਨਾਲ। ਠੀਕ ਹੈ ਜੀ, ਰੀਡਿੰਗ ਵੀ ਆ ਸਕਦਾ। ਨੈਕਸਟ ਕੁਐਸਚਨ। ਸੋ ਅਗਰ ਵੀਡੀਓ ਵਧੀਆ ਲੱਗ ਰਹੀ ਹੈ ਤੇ ਲਾਈਕ ਕਰ ਦਿਓ, ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ, फ्रेंड्स ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਵੀ ਪੀਐਸ ਟੈਟ 1 ਦੇਣਾ ਚਾਹੇ 2 ਦੇਣਾ, ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੀ ਹੈ। ਉਮੀਦ ਹੈ ਕਿ ਇਹਨਾਂ ਵਿੱਚੋਂ ਦੇਖਣ ਲਈ ਕੁਐਸਚਨ ਮਿਲਣਗੇ, ਇਦਾਂ ਦੇ ਜਾਂ ਇਹਦੇ ਨਾਲ ਦੇ ਹੀ ਮਿਲਣਗੇ। ਤੁਸੀਂ ਪਿਛਲੀ ਵੀਡੀਓਜ਼ ਵੀ ਦੇਖ ਸਕਦੇ ਹੋ, ਪਲੇਲਿਸਟ ਦੇ ਵਿੱਚ ਪਈਆਂ ਹੋਈਆਂ। क्वेश्चन नंबर 5, एक्सप्रेसिव स्किल, ਜਿਹਦੇ ਨਾਲ ਅਸੀਂ ਐਕਸਪ੍ਰੈਸ ਕਰਦੇ ਚੀਜ਼ ਨੂੰ, ਮਤਲਬ ਆਪਣਾ ਦੱਸਦੇ ਆ। ਤਾਂ ਅਸੀਂ ਬੋਲ ਕੇ ਵੀ ਦੱਸ ਸਕਦੇ ਆ, ਲਿਖ ਕੇ ਵੀ ਦੱਸ ਸਕਦੇ ਆ, ਯਾਨੀ ਕਿ ਇਹਦੇ ਵਿੱਚ ਆਨਸਰ ਆਏਗਾ ਬੋਥ ਆਫ ਅਬਵ। ਜਿਹਨੂੰ ਅਸੀਂ ਪ੍ਰੋਡਕਟਿਵ ਸਕਿੱਲਸ ਵੀ ਕਹਿੰਦੇ ਸੀਗੇ, ਇਹਨੂੰ ਪ੍ਰੋਡਕਟਿਵ ਵੀ ਕਹਿੰਦੇ ਆ ਤੇ ਇਹਨੂੰ ਐਕਟਿਵ ਵੀ ਕਹਿੰਦੇ ਆ, ਜਿਹਦੇ ਵਿੱਚ ਬੱਚਾ ਐਕਟਿਵ ਰਹਿੰਦਾ ਆ। ਠੀਕ ਹੈ ਜੀ। ਪੈਸਿਵ ਕਿਹੜੀਆਂ ਸੀਗੀਆਂ, ਉਹ ਸੀਗੀਆਂ ਲਿਸਨਿੰਗ ਤੇ ਰੀਡਿੰਗ। ਪੈਸਿਵ ਮਤਲਬ ਜਿੱਥੇ ਬੱਚਾ ਸੁਣਦਾ ਆ, ਰਿਸੀਵ ਕਰਦਾ, ਜਿਹਨੂੰ ਰਿਸੈਪਟਿਵ ਵੀ ਕਹਿੰਦੇ ਸੀਗੇ। ਐਕਸਪ੍ਰੈਸਿਵ ਮੀਨਸ ਬੱਚਾ ਐਕਸਪ੍ਰੈਸ ਕਰ ਰਿਹਾ, ਆਪਣੇ ਆਪ ਨੂੰ ਦੱਸ ਰਿਹਾ ਵਾ ਆਪਣੇ ਬਾਰੇ, ਜਾਂ ਜੋ ਵੀ ਉਹ ਦੱਸਣਾ ਚਾਹੁੰਦਾ। ਸੋ ਸਪੀਕਿੰਗ ਐਂਡ ਰਾਈਟਿੰਗ ਬੋਥ ਆਰ ਐਕਸਪ੍ਰੈਸਿਵ ਸਕਿੱਲਸ। ਕੁਐਸਚਨ ਨੰਬਰ 6, ਟੀਚਿੰਗ ਟੈਕਨੀਕ ਐਮਪਲੋਇਡ ਫॉर ਟੀਚਰਸ ਟ੍ਰੇਨਿੰਗ ਇਜ਼। ਹੁਣ ਜਦੋਂ ਆਪਾਂ ਬੀਐਡ ਜਾਂ ਈਟੀਟੀ ਕਰਦੇ ਆ, ਆਪਣੀ ਟੀਪੀ ਲੱਗਦੀ ਆ, ਤਾਂ ਜੋ ਟੀਚਿੰਗ ਟੈਕਨੀਕ ਆ ਜੋ ਕਿ ਟੀਚਰ ਦੀ ਟ੍ਰੇਨਿੰਗ ਦੇ ਲਈ ਯੂਜ਼ ਕੀਤੀ ਜਾਂਦੀ ਆ,
ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਟੀਮ ਟੀਚਿੰਗ ਨਹੀਂ, ਮਲਟੀਗ੍ਰੇਡ ਟੀਚਿੰਗ ਵੀ ਨਹੀਂ ਕਹਿੰਦੇ, ਪੀਅਰ ਟੀਚਿੰਗ ਵੀ ਨਹੀਂ ਕਹਿੰਦੇ, ਉਹਨੂੰ ਕਹਿੰਦੇ ਮਾਈਕਰੋ ਟੀਚਿੰਗ। ਪਰ ਸਾਨੂੰ ਪਤਾ ਕਿ ਮਾਈਕਰੋ ਟੀਚਿੰਗ ਦੇ ਵਿੱਚ ਮਾਈਕਰੋ ਸਕਿੱਲਸ ਯਾਨੀ ਕਿ ਇੱਕ ਅੱਧੀ ਇੱਕ ਜਾਂ ਦੋ ਸਕਿੱਲਸ ਐਟ ਏ ਟਾਈਮ ਵਨ ਸਕਿੱਲ ਯੂਜ਼ ਕੀਤੀ ਜਾਂਦੀ ਆ। ਕਿੰਨੇ ਸਮੇਂ ਲਈ ਹੁੰਦੀ ਆ? 5 ਤੋਂ 10 ਮਿੰਟ ਦਾ ਸਮਾਂ ਦਿੱਤਾ ਜਾਂਦਾ ਆ, ਤਾਂ ਕਿ ਬੱਚੇ ਦੇ ਵਿੱਚ ਜੋ ਟੀਚਰ ਬਣਨ ਜਾ ਰਿਹਾ ਉਹ ਚ ਨਿਖਾਰ ਆ ਸਕੇ ਕਿ ਉਹ ਉਸ ਜੋ ਸਕਿੱਲ ਆ ਉਹਦੇ ਵਿੱਚ ਉਹ ਮਾਹਿਰ ਹੋ ਗਿਆ ਕਿ ਨਹੀਂ ਹੋ ਗਿਆ। ਇਸ ਲਈ ਰੈਗੂਲਰ ਹੀ BEd ਜਾਂ ETT ਕਰਿਆ ਕਰੋ, ਵੈਸੇ ਨਾ ਕਰਿਆ ਕਰੋ ਕਿ ਹਾਂਜੀ ਕਿ ਉਦਾਂ ਹੀ ETT ਜਾਂ BEd ਕਰ ਲਈ ਘਰ ਬੈਠੇ ਹੋ ਗਈ, ਨਹੀਂ, ਜਦੋਂ ਅਸੀਂ ਕਾਲਜ ਜਾਵਾਂਗੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਕੁਐਸਚਨ ਨੰਬਰ 8, ਜੋ ਕੀ ਪ੍ਰੋਸੈਸ ਆ ਹੈਬਿਟ ਫਾਰਮੇਸ਼ਨ ਦੀ, ਜੋ ਮੇਨ ਪ੍ਰੋਸੈਸ ਆ ਜਿਹਦੇ ਵਿੱਚ ਹੈਬਿਟ ਬਣਾਈ ਜਾਂਦੀ ਆ, ਠੀਕ ਹੈ ਜੀ। ਸੋ ਕਿਹੜੀ ਆ ਜੀ? ਇਮੀਟੇਸ਼ਨ, ਨਕਲ ਕਰਨਾ, ਜਾਂ ਪ੍ਰੈਕਟਿਸ ਕਰਨਾ, ਯੂਜ਼ੇਜ ਕਰਨਾ, ਜਾਂ ਪ੍ਰੋਡਕਸ਼ਨ ਕਰਨਾ। ਸੋ ਉਹ ਹੈ ਜੀ ਪ੍ਰੈਕਟਿਸ ਕਰਨਾ। ਉਹ ਕੀ ਹੈ ਜੀ? ਉਹ ਹੈ ਜੀ ਪ੍ਰੈਕਟਿਸ ਕਰਨਾ। ਜਿੰਨਾ ਜ਼ਿਆਦਾ ਪ੍ਰੈਕਟਿਸ ਕਰਾਂਗੇ ਉਨੀ ਜ਼ਿਆਦਾ ਹੈਬਿਟ ਬਣੂਗੀ। ਦੇਖੋ ਯੂਜ਼ੇਜ ਵੀ ਆ ਸਕਦਾ ਸੀ, ਨੋ ਡਾਊਟ, ਲੇਕਿਨ ਇਹਨਾਂ ਦੋਨਾਂ ਚ ਜੋ ਸਹੀ ਆਪਸ਼ਨ, ਮੇਨ ਆਪਸ਼ਨ ਆ, ਵਧੀਆ ਆਪਸ਼ਨ, ਉਹ ਹੈ ਜੀ B, प्रैक्टिस करना। क्वेश्चन नंबर 8, ओल्डेस्ट मेथड ऑफ टीचिंग अ लैंग्वेजेस, किसे मेथड कोई लैंग्वेज नु टीच करने जो सब तो पुराना मेथड है वो केड़ा मेथड है जी? वो है जी ग्रामर ट्रांसलेशन मेथड। वो है जी ग्रामर ट्रांसलेशन मेथड, ठीक है जी। ਹੁਣ ਜਿੱਦਾਂ ਮੈਂ ਗੱਲ ਕੀਤੀ ਸੀ ਕਿ ਬਈ ਘਰ ਬੈਠ ਕੇ ਨਾ ਕਰਿਆ ਕਰੋ। ਘਰ ਬੈਠ ਕੇ ਦਾ ਮਤਲਬ ਇਹ ਨਹੀਂ ਕਿ ਬਈ ਤੁਸੀਂ ਜਾਣ, ਕਈ ਵਾਰੀ ਆਪਾਂ ਨਾ ਜਾਣ ਕੇ ਬਹਾਨਾ ਲਾ ਦਿੰਦੇ, 2-4 ਦਿਨ ਛੁੱਟੀਆਂ ਕਰ ਲੈਂਦੇ ਆ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਅਸੀਂ ਛੁੱਟੀਆਂ ਕਰ ਲਈਆਂ ਤੇ ਅਸੀਂ ਕਾਲਜ ਜਾ ਨਹੀਂ ਰਹੇ ਹੈਗੇ, ਅਸੀਂ ਕੋਈ ਨਾ ਕੋਈ ਬਹਾਨਾ ਬਣਾਈ ਜਾਂਦੇ ਆ, ਹਫਤੇ ਦੀਆਂ ਛੁੱਟੀਆਂ ਲੈ ਲਈਆਂ, 10 ਦਿਨ ਦੀਆਂ ਲੈ ਲਈਆਂ, ਨਹੀਂ। ਲੇਕਿਨ ਉਹ ਚੀਜ਼ਾਂ ਦੇ ਵਿੱਚ ਸਾਨੂੰ ਉਹ ਟੀਚਿੰਗ, ਮਾਈਕਰੋ ਟੀਚਿੰਗ ਸਿੱਖਣੀ, ਇੱਕ ਸਕਿੱਲ ਸਾਡੀ ਡਿਵੈਲਪ ਹੁੰਦੀ ਆ। ਮੈਕਰੋ ਟੀਚਿੰਗ ਨਾਲ ਸਾਨੂੰ TP ਵਿੱਚ ਆਉਂਦਾ ਆ, ਉਹ TP ਦੇ ਵਿੱਚ ਸਾਨੂੰ ਹੈਲਪ ਕਰਦੀਆਂ ਆ। ਅੱਗੇ TP ਸਾਨੂੰ ਰੀਅਲ ਲਾਈਫ ਦੇ ਵਿੱਚ ਜਦੋਂ ਅਸੀਂ ਸਕੂਲਾਂ ਵਿੱਚ ਪੜ੍ਹਾਉਣਾ ਆ, ਗਵਰਨਮੈਂਟ ਜੌਬ ਲੈਣੀ ਆ, ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਆ। ਮੇਰੇ ਕਹਿਣ ਦਾ ਭਾਵ ਆ ਕਿ ਬਹਾਨੇ ਨਾਲ ਛੁੱਟੀਆਂ ਨਹੀਂ ਲੈਣੀਆਂ ਕਿ ਯਾਰ ਲੈਸਨ ਪਲਾਨ ਬਣਾਉਣਾ ਪਊਗਾ, ਚਲ ਅੱਜ ਤਾਂ ਮੈਂ ਛੁੱਟੀ ਲੈ ਲੈਣਾ, ਨਹੀਂ, ਅੱਜ ਤਾਂ ਸਕਿੱਲ ਹੀ ਸਿਖਾਣੀ। ਸਕਿੱਲ ਸਿੱਖਣਾ ਇਜ਼ ਮੋਸਟ ਇੰਪੋਰਟੈਂਟ ਥਿੰਗ, ਤਾਂ ਹੀ ਤੁਸੀਂ ਅੱਗੇ ਜਾ ਕੇ ਬੱਚਿਆਂ ਨੂੰ ਫੈਸਿਲਿਟੇਟ ਕਰ ਸਕੋਗੇ। ਸੋ ਇਸ ਲਈ ਬਹਾਨੇ ਨਾ ਬਣਾ ਕੇ ਕਾਲਜ ਰੈਗੂਲਰਲੀ ਜਾਓ, ਘਰ ਬੈਠ ਕੇ BEd ETT ਨਾ ਕਰੋ, ਠੀਕ ਹੈ ਜੀ। क्वेश्चन नंबर 10, ਮੇਨ ਪਰਪਸ ਆਫ ਲਰਨਿੰਗ ਅ ਲੈਂਗੁਏਜ, ਲੈਂਗੁਏਜ ਸਿੱਖਣ ਦਾ ਜੋ ਮੇਨ ਪਰਪਸ ਹੈ ਉਹ ਕੀ ਹੈ ਜੀ? ਕਿ ਆਪਾਂ ਕਿਸੇ ਚੀਜ਼ ਦੀ ਡਿਸਕਸ਼ਨ ਕਰਨੇ ਆ, ਹਾਂਜੀ ਬਿਲਕੁਲ ਕਰਨਾ ਚਾਹੁੰਦੇ ਆ। ਕਿ ਅਸੀਂ ਕੰਪਰੀਹੈਂਸ਼ਨ ਸੋਲਵ ਕਰਦੇ ਆ, ਬਿਲਕੁਲ। ਲੇਕਿਨ ਕੀ ਇਹ ਮੇਨ ਪਰਪਸ ਆ? ਕਿ ਇਹ ਮੁੱਖ ਕਾਰਨ ਹੈ ਜਿਹਦੇ ਕਰਕੇ ਅਸੀਂ ਲੈਂਗੁਏਜ ਸਿੱਖਦੇ ਆ? ਨਹੀਂ। ਕਿ ਕਿਸੇ ਨੂੰ ਅਸੀਂ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ, ਬਈ ਤੈਨੂੰ ਮੈਂ ਐਪਰੀਸ਼ੀਏਟ ਕਰਦਾ, ਤੂੰ ਬਹੁਤ ਵਧੀਆ ਕਰਦਾ, ਨਹੀਂ। ਮੇਨ ਪਰਪਸ ਕੀ ਆ? ਕਮਿਊਨੀਕੇਟ ਕਰਨਾ, ਆਪਣੇ ਭਾਵ ਦੱਸਣੇ, ਇੱਕ ਦੂਸਰੇ ਨਾਲ ਗੱਲਬਾਤ ਕਰਨੀ। Communication is the main purpose of learning a language, ठीक है जी। क्वेश्चन नंबर 11, conversation between two persons, दो बंदे आपस च गल कर रहे हैं, ਉਹਨੂੰ ਅਸੀਂ ਕੀ ਕਹਿੰਦੇ ਆ? ਉਹਨੂੰ ਅਸੀਂ ਕਹਿੰਦੇ ਆ ਜੀ ਡਾਇਲੌਗ। ਮੋਨੋਲੋਗ ਹੁੰਦਾ ਕੱਲਾ ਹੀ ਬੋਲੀ ਜਾਂਦਾ, ਜਿੱਦਾਂ ਇੱਥੇ ਹੁਣ ਇਸ ਵੇਲੇ ਮੈਂ ਕੱਲਾ ਹੀ ਬੋਲ ਰਿਹਾ ਆ, ਉਹ ਮੋਨੋਲੋਗ ਆ, ਠੀਕ ਹੈ, ਤੁਸੀਂ ਸੁਣ ਰਹੇ ਆ ਸਿਰਫ। ਲੇਕਿਨ ਡਾਇਲੌਗ ਕੀ ਆ? ਦੋ ਬੰਦਿਆਂ ਵਿੱਚ ਆਮਣੇ ਸਾਹਮਣੇ ਬੈਠੇ ਆ ਜਾਂ ਕਿਸੇ ਤਰੀਕੇ ਗੱਲ ਕਰ ਰਹੇ ਆ, ਡਾਇਲੌਗ ਹੋ, ਠੀਕ ਹੈ ਜੀ। क्वेश्चन नंबर 12, इट इज सेड दैट लैंग्वेज इज ऑलवेज, ये क्या जानता कि लैंग्वेज की हमेशा बदल रही है, हमेशा बढ़ रही है। लैंग्वेज सोच रही है? नहीं जी। लैंग्वेज ऑब्जर्व कर रही है? नहीं। लैंग्वेज इज ऑलवेज चेंजिंग। जिदा सानू पता कि थोड़े थोड़े रस्ते जाके बोली उपभाषा आ जांदियां आ। सो लैंग्वेज लगातार बदलती है। देखो फॉरेन के प्रभाव के कारण भी कुछ शब्द आ रहे हैं। हुण असी उही वर्ड यूज करते अपनी भाषा दे विच, जिद्दां असी कहने आ कि असी हॉस्पिटल चले हैं। ਹੁਣ ਚਾਹੇ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ 'ਚ ਤਾਂ ਹਸਪੀਟਲ ਨੂੰ ਪੰਜਾਬੀ 'ਚ ਹਸਪਤਾਲ ਕਹਿੰਦੇ ਆ, ਲੇਕਿਨ ਅਸੀਂ ਕਹਿੰਦੇ ਕਿ ਹਸਪੀਟਲ ਚੱਲੇ, ਯਾਨੀ ਕਿ ਭਾਸ਼ਾ ਬਦਲ ਰਹੀ ਆ। ਕੁਝ ਅਸੀਂ ਬਾਹਰਲੇ ਸ਼ਬਦ ਲੈ ਰਹੇ ਆ, ਕੁਝ ਅਸੀਂ ਆਪਣੇ ਸ਼ਬਦ ਬਾਹਰਲੀ ਭਾਸ਼ਾ ਨੂੰ ਦੇ ਰਹੇ ਆ। ਸੋ ਭਾਸ਼ਾ ਲਗਾਤਾਰ ਬਦਲ ਰਹੀ ਆ। क्वेश्चन नंबर 13, विदिन फोरफोल्ड एम्स ऑफ टीचिंग इंग्लिश, जो इंग्लिश ਨੂੰ ਪੜਾਉਣ ਦੇ ਮੁੱਖ ਏਮ ਆ ਉਹਨਾਂ ਵਿੱਚੋਂ ਬੇਸਿਕ ਏਮ ਕੀ ਆ? ਉਹਨਾਂ ਦਾ ਬੇਸਿਕ ਏਮ ਹੈ ਜੀ ਲਿਸਨਿੰਗ, ਯਾਨੀ ਕਿ ਬੱਚਾ ਉਸ ਚੀਜ਼ ਨੂੰ ਸਮਝ ਸਕੇ। ਸੁਣਦਾ ਤਾਂ ਪਿਆ ਆ ਲੇਕਿਨ ਸਮਝੇ ਵੀ ਉਸ ਗੱਲ ਨੂੰ। ਜੇ ਉਹਨੂੰ ਸਮਝ ਹੀ ਨਹੀਂ ਆਇਆ ਫਿਰ ਫਾਇਦਾ ਨਹੀਂ ਹੈਗਾ ਉਸ ਚੀਜ਼ ਦਾ, ਠੀਕ ਹੈ ਜੀ। ਯਾਨੀ 13 ਦਾ ਹੈ ਜੀ ਇਹ। क्वेश्चन नंबर 14, द एडवांस्ड स्टेज ऑफ स्पीकिंग इज, बोलण ਦੀ ਜੋ ਐਡਵਾਂਸਡ ਸਟੇਜ ਆ, ਕੀ ਉਹ ਪ੍ਰੈਕਟਿਸ ਆ, डिस्कशन आ, इमिटेशन आ या डायलॉग? देखो डायलॉग की हो गया दो बंदियां दे विच, हुण उन्हें सिर्फ दो बंदियां नाल थोड़ी गल करनी आ। सो डी ऑप्शन ता जी नहीं हो सकता।
इमिटेशन की नकल करने सीखे नहीं जी, कि प्रैक्टिस करी जाए, प्रैक्टिस दा इनिशियल स्टेज हुंदी है, शुरुआती स्टेज हुंदी है। सो बी की डिस्कशन की डिस्कस कर सके, अपने भावां नूं रख सके, किसी दी गल सुने ते अपनी गल रखे, अपने विचार दवे। ठीक है जी। क्वेश्चन नंबर 15। सो 14 दा है जी बी, क्वेश्चन नंबर 15। स्पेलिंग मैथड नूं होर की कहंदे आ जी, स्पेलिंग मैथड नूं कहंदे आ जी अल्फाबेटिक मैथड। 15 दा है जी सी। ये सीधा सीधा क्वेश्चन। क्वेश्चन नंबर 16। Who says that, किसने क्या, प्रोज इज द नेचुरल लैंग्वेज ऑफ मैन। ठीक है जी। सो ਇਹਦੇ रिगार्डिंग क्वेश्चन। सो ਇਹ ਜੋ ਹੈਗੇ ਆ ਜੀ ਸ਼ਬਦ, ਇਹ ਹੈਗੇ ਆ ਜੀ ਨੌ ਵੈਬਸਟਰ ਦੇ। 16 ਦਾ ਹੈ ਜੀ ਡੀ। क्वेश्चन नंबर 17। प्रैक्टिकल एनालिसिस ऑफ ए लैंग्वेज इज, किसी लैंग्वेज ਨੂੰ ਅਸੀਂ ਪ੍ਰੈਕਟੀਕਲੀ ਦੇਖਦੇ ਆ, ਪ੍ਰੈਕਟੀਕਲੀ ਉਹਨੂੰ ਐਨਾਲਾਈਜ਼ ਕਰਦੇ ਆ, ਤਾਂ ਕੀ ਉਹ ਲਿਖ ਕੇ ਕਰਦੇ ਆ ਜਾਂ ਉਹਦੀ ਗ੍ਰਾਮਰ ਨਾਲ ਰਿਲੇਟਡ ਆ, ਕੰਪੋਜੀਸ਼ਨ ਜਾਂ ਪ੍ਰੋਜ਼। ਦੇਖੋ ਜੋ ਪ੍ਰੈਕਟੀਕਲ ਐਨਾਲਿਸਿਸ ਆ ਲੈਂਗੁਏਜ ਦੀ, ਉਹ ਕੀ ਆ ਜੀ ਗ੍ਰਾਮਰ ਆ। ਜੋ ਕਿਸੇ ਅਸੀਂ ਲੈਂਗੁਏਜ ਨੂੰ ਦੇਖਦੇ ਆ ਵੀ ਇਹਦੇ ਰੂਲਸ ਕੀ ਆ, ਸਭ ਕੁਝ ਕੀ ਹੈ, ਵਰਤੀ ਕਿੱਦਾਂ ਜਾਂਦੀ ਆ, ਕਿਹੜੇ ਸ਼ਬਦ ਕਿੱਥੇ ਵਰਤ ਸਕਦੇ ਆ ਜਾਂ ਕਿਸ ਤਰੀਕੇ ਨਾਲ ਵਰਤ ਸਕਦੇ ਆ, ਪ੍ਰੈਕਟੀਕਲੀ ਜੋ ਅਸੀਂ ਲੈਂਗੁਏਜ ਨੂੰ ਐਨਾਲਾਈਜ਼ ਕਰਦੇ ਕਿਸੇ ਨੂੰ ਵੀ, ਉਹ ਹੁੰਦਾ ਜੀ ਗ੍ਰਾਮਰ। 17 ਦਾ ਹੈ ਜੀ ਬੀ। क्वेश्चन नंबर 18। A child of class first will initially learn the language in most effective manner through which of the following methods। ਕਹਿੰਦੇ ਫਸਟ ਕਲਾਸ ਦਾ ਬੱਚਾ ਆ, ਉਹ ਸ਼ੁਰੂਆਤ ਦੇ ਵਿੱਚ ਲੈਂਗੁਏਜ ਨੂੰ ਸਿੱਖਣਾ ਚਾਹੁੰਦਾ ਆ, ਤਾਂ ਕਿਹੜਾ ਮੈਥਡ ਆ ਜੋ ਕਿ ਉਹਦੇ ਲਈ ਬੈਸਟ ਰਹੇਗਾ ਲੈਂਗੁਏਜ ਨੂੰ ਸਿੱਖਣ ਦੇ ਲਈ। ਕਿ ਉਹ ਪਲੇਵੇ ਮੈਥਡ ਆ, ਖੇਡ ਕੇ ਸਿੱਖੇਗਾ, ਕਿ ਉਹ ਇਮੀਟੇਸ਼ਨ ਨਕਲ ਕਰਕੇ ਸਿੱਖੇਗਾ, ਜਾਂ ਉਹ ਪ੍ਰੈਕਟਿਸ ਤੇ ਬਾਰ-ਬਾਰ ਡਰਿਲ ਯਾਨੀ ਕਿ ਰਿਪੀਟ ਕਰਕੇ ਸਿੱਖੇਗਾ, ਜਾਂ ਸਾਰੇ ਮੈਥਡ ਆ। देखो बच्चा छोटा आ, पहली क्लास का बच्चा आ, तो सारे मैथड ही यूज करेगा, तो ऑल ऑफ अबव। ठीक है जी। वीडियो वधिया लग रही तो लाइक कर दियो, फ्रेंड्स में शेयर जरूर कर दियो, चाहे पीएसटेट 1 वाला, 2 वाला, साइंस वाला है या एसएसटी वाला है, कोई भी होवे, सारे लिए वीडियो इंपॉर्टेंट रहने वाली है। क्वेश्चन नंबर 19। इन ए लैंग्वेज लर्निंग क्लास मीनिंगफुल एनवायरनमेंट कैन बी क्रिएटेड बाय। कहंदे एक क्लास आ जिहदे विच लैंग्वेज सीखी जा रही है, बच्चा लैंग्वेज सीख रहा है, अगर ਅਸੀਂ ਚਾਹੁੰਦੇ ਆ ਕਿ ਉਹਦੇ ਲਈ এনवायरमेंट मीनिंगफुल ਹੋਵੇ, ਯਾਨੀ ਕਿ ਉਹਨੂੰ ਇਦਾਂ ਲੱਗੇ ਕਿ ਮੈਂ ਤਾਂ ਸੱਚੀ ਕੁਝ ਸਿੱਖ ਰਿਹਾ ਆ, ਤਾਂ ਉਹ ਅਸੀਂ ਕਿੱਦਾਂ এনवायरमेंट ਕ੍ਰੀਏਟ ਕਰ ਸਕਦੇ ਆ ਕਿ ਅਸੀਂ ਫਨ ਐਕਟੀਵਿਟੀ ਸਿਰਫ ਹਾਸਿਆਂ ਖੇਡੀਆਂ ਕਰੀਏ ਜਾਈਏ, ਜਾਂ ਡਰਾਮੇਟਾਈਜੇਸ਼ਨ ਕਰੀਏ, ਯਾਨੀ ਕਿ ਇੱਕ ਡਰਾਮਾ ਦਿਖਾ ਕੇ ਬੱਚਿਆਂ ਨੂੰ ਜਾਂ ਰੋਲ ਪਲੇ ਦਿਖਾ ਕੇ ਕਰੀਏ, ਜਾਂ ਸਟੋਰੀ ਦਸੀਏ ਸਿਰਫ, ਜਾਂ ਸਾਰੀਆਂ ਚੀਜ਼ਾਂ। देखो बच्चे असी एनवायरमेंट देना है कि ਉਹਨੂੰ ਲੱਗੇ ਕਿ ਮੈਨੂੰ ਤਾਂ ਭਾਸ਼ਾ ਸਹੀ ਤਰ੍ਹਾਂ ਸਮਝ ਆ ਰਹੀ ਆ, ਤਾਂ ਸਾਨੂੰ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ, ਯਾਨੀ ਕਿ all of above ਆਨਸਰ ਆਏਗਾ। क्वेश्चन नंबर 20। ਇੱਕ ਟੀਚਰ ਆ 4th ਕਲਾਸ ਦਾ, ਜੋ ਕਿ ਚਾਹੁੰਦਾ ਆ ਕਿ ਉਹਦੇ ਬੱਚਿਆਂ ਨੂੰ ਪਤਾ ਲੱਗੇ ਕਿ ਦੀਵਾਲੀ ਫੈਸਟੀਵਲ ਹੈ ਕੀ ਆ, ਉਹਦੇ ਬਾਰੇ ਪਤਾ ਲੱਗੇ, ਤੇ ਉਹ ਕਹਿੰਦਾ ਕਿ ਛੋਟਾ ਜਿਹਾ ਆਪਾਂ ਇਹਦੇ ਉੱਤੇ ਪੈਰਾਗ੍ਰਾਫ ਲਿਖਣਾ ਆ। ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ, टीचर ਨੂੰ ਕੀ ਕਰਨਾ ਚਾਹੀਦਾ ਕਿ ਉਹ ਬਲੈਕ ਬੋਰਡ ਤੇ ਲਿਖ ਦੇਵੇ ਤੇ ਸਟੂਡੈਂਟ ਨੂੰ ਕਹੇ ਵੀ ਕਾਪੀ ਕਰ ਲਓ, ਤੁਹਾਨੂੰ ਆ ਗਿਆ ਜੀ, ਆ ਗਿਆ। ਨਹੀਂ, ਇਦਾਂ ਨਹੀਂ ਨਾ ਹੋ ਸਕਦਾ। ਉਹ ਵੱਖਰੇ ਵੱਖਰੇ ਬੱਚਿਆਂ ਨੂੰ ਕਹੇ ਕਿ ਤੁਸੀਂ ਦੱਸੋ ਕਿ ਤੁਸੀਂ ਦੀਵਾਲੀ ਕਿੱਦਾਂ ਮਨਾਉਂਦੇ ਹੋ, ਤੁਹਾਡੇ ਘਰ ਵਿੱਚ ਦੀਵਾਲੀ ਵਾਲੇ ਦਿਨ ਕੀ ਹੁੰਦਾ ਹੈ, ਕੀ ਤੁਸੀਂ ਕਰਦੇ ਹੋ। ਬੱਚਿਆਂ ਨੇ ਕਹਿਣਾ ਅਸੀਂ ਨਵੇਂ ਕੱਪੜੇ ਪਾਉਂਦੇ ਹਾਂ, ਮਿਠਾਈ ਖਾਂਦੇ ਹਾਂ, ਸਾਨੂੰ ਗਿਫਟ ਮਿਲਦੇ ਆ, ਅਸੀਂ ਦਿੰਨੇ ਆ ਗਿਫਟ ਕਿਸੇ ਨੂੰ। ਤਾਂ ਇਹ ਹੋ ਸਕਦਾ ਆ, ਬਿਲਕੁਲ ਹੋ ਸਕਦਾ। कि बच्चे होमवर्क दे दे भाई दिवाली बारे लिख लिया, नहीं जी, बच्चे फिर सीखोगे कितना हो सकता है, पेरेंट्स को पूछ लें। लेकिन जो एक क्लास च 15 बच्चे होंगे तो वखरा वखरा एक्सपीरियंस होएगा, वखरी वखरी चीज़ां दसणगे। तो इहदे लई जो सही ऑप्शन है वो है जी ऑप्शन नंबर बी। हुण कल्ला दिवाली बारे पढ़ के भी नहीं ना पता लग सकता है ना, सो ऑप्शन नंबर बी इज करेक्ट। क्वेश्चन नंबर 21। विच ऑफ is not the principle of teaching English। कहने इन्हां विचों इंग्लिश पढ़ाउण दा किहड़ा एक प्रिंसीपल नहीं है। तां रीडिंग बुक्स, देखो बुक्स पढ़ूगा तो बच्चा समझूगा, इंटरस्ट ओदा क्रिएट होगा, फिर बच्चा समझूगा, बच्चा करके सीखूगा ते समझूगा, उन्होंने पता भी लगेगा। लेकिन सिर्फ ऑब्जेक्ट्स देख ले, उन्होंने सिर्फ डेस्क दिखाता, उन्होंने दस्या ही ना भी डेस्क आ, उन्होंने पेंसिल दिखाती, उन्होंने दस्या भी ना इहनूं पेंसिल कहंदे आ, ये लिखण दे काम आउंदी आ, तुहानूं किद्दां पता लगेगा। सो जो सही ऑप्शन है वो है जी 21वें दा ऑप्शन नंबर सी। ठीक है जी, 21वें दा ऑप्शन है जी सी। नेक्स्ट इज क्वेश्चन नंबर 22।
कहते स्टूडेंट्स आर मोस्ट लाइकली टू बी इंट्रिंसिकली मोटिवेटेड टू लर्न एंड मास्टर द सब्जेक्ट मैटर व्हेन दे, कहते बच्चे अंदरों मोटिवेट होणगे कि वो सिखण ते अपने सब्जेक्ट दे उत्ते मास्टरी कर सकण कदों, जदों वो बिलीव करन कि जो काम कर रहे आ वो इंटरस्टिंग आ ते उन्हां दी जिंदगी नाल रिलेट कर रहा आ, या उन्हां नूं ये लगे कि उन्हां नूं तां टीचर वल्लों पॉजिटिव रीइनफोर्समेंट मिलूगी, शाबाशी मिलूगी, या उन्हां नूं पता लगे कि इहदा तां भाई बाद च टेस्ट होना आ ते मैं टेस्ट च वधिया नंबर लैणे आ। नहीं, देखो टेस्ट नंबर लेना अलग चीज है, लेकिन जो उन्होंने पता लगे कि ये जो मैं काम कर रहा इंटरस्टिंग आ, मेरी आने वाली जिंदगी च बहुत फायदेमंद रहेगा, उदों उन्होंने सीखण दी होर वधिया तरीके नाल कोशिश करनगे। ते 22वें दा है जी ए। क्वेश्चन नंबर 23वां नेक्स्ट है जी नेहा, जो कि एक टीचर है 5th क्लास दी, वो एक्सप्लेन करदी है डिफरेंट पार्ट्स नूं, सेंटेंस दे नूं वखरे वखरे नूं एक्सप्लेन करदी है ਤੇ ਉਹਨਾਂ ਨੂੰ ਬਾਅਦ ਦੇ ਵਿੱਚ ਦੱਸਦੀ ਹੈ ਕਿ ਸਿੰਥੇਸਾਈਜ਼ ਕਿੱਦਾਂ ਕਰਨਾ ਹੈ, ਉਹਨੂੰ ਜੋੜਨਾ ਕਿੱਦਾਂ ਆ, ਤਾਂ ਕਿ ਬੱਚੇ ਵਧੀਆ ਤਰੀਕੇ ਨਾਲ ਕਨਸੈਪਟ ਨੂੰ ਸਮਝ ਸਕਣ। ਇਹ ਕਿਹੜੇ ਪ੍ਰਿੰਸੀਪਲ ਨੂੰ ਫੋਲੋ ਕਰ ਰਹੀ ਹੈ ਜੋ ਟੀਚਰ ਹੈ, ਕਿ ਉਹ ਇੰਡਕਸ਼ਨ ਤੋਂ ਡਿਡਕਸ਼ਨ ਵੱਲ ਜਾ ਰਹੀ ਆ, ਜਾਂ ਕੰਕਰੀਟ ਤੋਂ ਐਬਸਟ੍ਰੈਕਟ ਵੱਲ ਜਾ ਰਹੀ ਆ, ਜਾਂ ਨੋਨ ਤੋਂ ਅਨਨੋਨ ਵੱਲ ਜਾ ਰਹੀ ਆ, ਐਨਾਲਿਸਿਸ ਤੋਂ ਸਿੰਥੇਸਿਸ ਵੱਲ ਜਾ ਰਹੀ ਆ। ਹੁਣ ਅਗਰ ਅਸੀਂ ਕੁਐਸਚਨ ਧਿਆਨ ਨਾਲ ਦੇਖੀਏ कि वो पहला सेंटेंस के हर पार्ट को समझा रही है, मतलब सेंटेंस का हर पार्ट को खोल के समझा रही है, यानी कि एनालाइज कर रही है, लेकिन बाद दे विच उन्होंने की कर रही है, जोड़ रही है, यानी कि सिंथेसाइज कर रही है, यानी कि वो किधरों जा रही है, एनालिसिस तो सिंथेसिस वाली, यानी कि 23 दा ऑप्शन है जी डी। क्वेश्चन नंबर 24, which is the most effective teaching method in a language class, किसी लैंग्वेज क्लास दे विच जो सब तो वधिया मैथड है टीचिंग दा, या सब तो जो इफेक्टिव मैथड रह सकता है वो केड़ा है, कि सिर्फ उच्ची उच्ची पढ़ी जाओ, लैटर्स नूं पढ़ लो, ऐसे पढ़ लो ते हो गया भाई, टू द प्रिंसिपल ये XYZ फलाना, कि बच्चों नूं समझ लग जूगी, नहीं, या बच्चों नूं यही जोर पाई जाओ भी तेनू तां बोलना ही नहीं आंदा, तेनू प्रोनाउंस नहीं करना आंदा, तू प्रोनाउंस कर, फिर भी बच्चा थोड़ी सीखूगा, फिर तो बच्चा कला प्रोनाउंसिएशन सीखूगा। आपां तां उहनूं मतलब समझाना आ कि बई उहनूं इंग्लिश लैंग्वेज चंगी तरह आवे। अगला की है कि वो सिर्फ ये दसी जावे भाई कि ऐस स्पीड ना पढ़, तेज ना पढ़, हौली पढ़, या हौली ना पढ़, तेज पढ़, कित्थे कौमे लाने आ, कित्थे यही दसी जावे, नहीं जी। ये चीज़ां जरूर इंपॉर्टेंट आ, लेकिन इन्हां तो जो सब तो इंपॉर्टेंट आ वो है जी सी, कि कोई इदा दा टॉपिक डिस्कस करना जिहदे विच बच्चों का इंटरस्ट है, तो उहदे विच वोकैबुलरी भी सिंपल होवे, क्योंकि जो बच्चा सिंपल चीज सीख जाऊगा उसका इंटरस्ट पैदा होएगा, उन्होंने लगेगा कि ये तो मैनूं चीज आउण लग गई, ये तो मैनूं आंदी आ, अगर ये चीज आंदी है तो उन्होंने असीं हौली हौली औखे वल लैके जावांगे। यानी कि हुण बच्चे नूं मान लो फुटबॉल खेलना पसंद है तो फुटबॉल के मैच की गल कर लो, किसी नूं बैडमिंटन खेलना पसंद है तो खेलों की गल कर लो, तो उहदे नाल दे वर्ड्स दसो उन्हां नूं कि उहदे विच किहड़े-किहड़े टर्म्स यूज हुंदियां, ते बच्चे अपने आप ही खुशी-खुशी पढ़नगे। सो 24 दा है जी सी। क्वेश्चन नंबर 25 ते अज दा लास्ट क्वेश्चन। ते अगर वीडियो वधिया लग रही तो चैनल नूं लाइक जरूर कर दिओ, फ्रेंड्स नाल भी जरूर शेयर करके चैनल नूं सबसक्राइब भी कर दिओ। एक टीचर आ 2nd क्लास दा, उहनूं काम दिता जी कि तुसीं इंग्लिश सिखाणी आ जी बच्चों नूं, ते उहनां नूं किहड़ी चीज़ां ध्यान दे विच रखनी चाहिदी टीचर नूं, कि सारे बच्चे इक्को जिहे आ, सारिਆਂ ਦੀ समझ इक्को ਜਿਹੀ आ, नहीं जी, ये तो कदे भी नहीं हो सकता। सारे बच्चों ਦੀਆਂ ਵੱਖਰੀਆਂ ਵੱਖਰੀਆਂ ਐਬਿਲਿਟੀਜ਼ ਆ, ਵੱਖਰੀਆਂ ਪਰਸਨੈਲਿਟੀਜ਼ ਆ, ਤੇ ਉਹ ਵੱਖਰੇ ਵੱਖਰੇ ਬੈਕਗ੍ਰਾਉਂਡ ਤੋਂ ਆਉਂਦੇ ਆ, ਇਹ ਤਾਂ ਗੱਲ ਬਿਲਕੁਲ ਠੀਕ ਆ। ਸਾਰੇ ਸਟੂਡੈਂਟਸ ਦੀ ਮੋਟੀਵੇਸ਼ਨ ਬਰਾਬਰ ਹੈ ਇੰਗਲਿਸ਼ ਸਿੱਖਣ ਲਈ। ਹੁਣ ਦੇਖੋ ਕਈ ਬੱਚੇ ਨਹੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋਣਗੇ, ਆਪਾਂ ਨੂੰ ਤੁਹਾਨੂੰ ਮੋਟੀਵੇਟ ਕਰਨਾ ਪੈਣਾ ਆ। ਕਈ ਹੋਣਗੇ ਕਿ ਹਾਂਜੀ ਸਿਖਾਓ ਜੀ, ਮੈਂ ਤਾਂ ਤਿਆਰ ਹਾਂ, ਕਈ ਹੋਣਗੇ ਨਹੀਂ ਜੀ ਮੈਂ ਨਹੀਂ ਸਿੱਖਣੀ। ਸੋ ਜੋ ਸਹੀ ਆਪਸ਼ਨ ਹੈ ਇਹਨਾਂ ਵਿੱਚੋਂ ਨਨ ਆਫ ਅਬਵ ਨਹੀਂ ਆ, ਉਹਨੂੰ ਧਿਆਨ ਰੱਖਣਾ ਚਾਹੀਦਾ ਕਿ ਹਰ ਬੱਚੇ ਦੀ ਵੱਖਰੀ ਐਬਿਲਿਟੀ ਆ, ਹਰੇਕ ਦੀ ਵੱਖਰੀ ਪਰਸਨੈਲਿਟੀ ਆ, ਤੇ ਹਰੇਕ ਦਾ ਬੈਕਗ੍ਰਾਉਂਡ ਵੱਖਰਾ ਆ, कोई किसी बैकग्राउंड तो कोई किसी बैकग्राउंड तो आ। सो उस लई उन्होंने वक्रे वक्रे तरीके भी अपनाने पैने आ, ते ये चीज ध्यान च रखनी पैनी। कोई गल नहीं कि कोई बच्चा अगर वीक आ तो उहदे ते थोड़ा ज्यादा जोर दिता जाए ताकि वो होर वधिया तरीके नाल सीख सके। सो इन्ना ही अज दी वीडियो, नैक्सट वीडियो विच मिलदे आ। बहुत बहुत धन्नवाद तुहाडा, थैंक यू।